वाहिगुरू जी की फतेह। संगत जी इस समय असी ਸਿੰਘੂ ਬਾਰਡਰ ਦੇ ਉੱਤੇ ਖੜੇ ਆਂ ਤੇ ਜਿਹੜੀ ਜਿਵੇਂ ਕਿ ਕੁਝ ਦਿਨਾਂ ਤੋਂ ਜਿਹੜੀ ਟੈਂਟਾਂ ਦੀ ਸੇਵਾ ਹੈ ਉਹ ਲਗਾਤਾਰ ਸੰਗਤ ਏਡ ਟਰਸਟ ਵੱਲੋਂ ਜਿਹੜੀ ਚੱਲ ਰਹੀ ਹੈ ਵੱਖ-ਵੱਖ ਬਾਰਡਰਾਂ ਦੇ ਉੱਤੇ, ਪਲਵਲ ਬਾਰਡਰ ਦੇ ਉੱਤੇ ਜਾਂ ਸਿੰਘੂ ਬਾਰਡਰ ਦੇ ਉੱਤੇ ਜਾਂ ਟਿਕਰੀ ਬਾਰਡਰ ਦੇ ਉੱਤੇ ਕਿਸੇ ਵੀ ਆਪਾਂ ਬਾਰਡਰ ਦੀ ਗੱਲ ਕਰੀਏ ਤੇ ਜਿਹੜੀ ਸੇਵਾ ਨਿਰੰਤਰ ਚੱਲ ਰਹੀ ਹੈ। ਹੁਣ ਵੀ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਉਹਨਾਂ ਦਾ ਜਿਹੜਾ ਇੱਥੇ ਲੰਗਰ ਚੱਲ ਰਿਹਾ, ਉਹਨਾਂ ਵੱਲੋਂ ਚਲਾਇਆ ਜਾ ਰਿਹਾ ਪ੍ਰਬੰਧ ਸਾਰਾ ਹੀ ਲੰਗਰ ਪ੍ਰਸ਼ਾਦੇ ਦਾ। ਤੇ ਇੱਥੇ ਕਾਫੀ ਸਾਰੇ ਸਿੰਘ ਨੇ ਜਿਹੜੇ ਉਹ ਰਹਿ ਰਹੇ ਆ, ਵਿੱਚ ਸੇਵਾਦਾਰ ਸਿੰਘ ਵੀ ਨੇ, ਵਿੱਚ ਕਿਸਾਨ ਭਰਾ ਵੀ ਨੇ ਜਿਹੜੇ ਉਹ ਵੀ ਰਿਹਾਇਸ਼ ਕਰ ਰਹੇ ਆ। ਤੇ ਉੱਥੇ ਜਿਹੜਾ ਸੰਗਤ ਏਡ ਟਰਸਟ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜਾ ਟੈਂਟ ਹੈ ਉਹ ਲਗਾਇਆ ਜਾ ਰਿਹਾ। ਤੇ 10x20 ਦੇ ਜਿਹੜੇ ਟੈਂਟ ਨੇ ਉਹ ਵੀ ਇੱਥੇ ਲਗਾਏ ਜਾ ਰਹੇ ਆ ਤੇ 10x10 ਦੇ ਜਿਹੜੇ ਟੈਂਟ ਨੇ ਉਹਨਾਂ ਦੀ ਵੀ ਇੱਥੇ ਜਿਹੜੀ ਪ੍ਰੋਪਰ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਕੀਤੀ ਜਾ ਰਹੀ ਹੈ। ਜਿਹੜੀ ਸੰਸਥਾ ਵੀ ਸੰਗਤ ਜੀ ਬਾਬਾ ਜੀ ਹੁਣਾਂ ਵੱਲੋਂ ਚਲਾਈ ਜਾਂਦੀ ਇੰਟਰਨੈਸ਼ਨਲ ਪੰਥਕ ਦਲ, ਉਹਨਾਂ ਦੇ ਜਿਹੜੇ ਭਾਈ ਸਾਹਿਬ ਸਲਾਹਕਾਰ ਨੇ ਵੀ ਸਾਡੇ ਨਾਲ ਮੌਜੂਦ ਨੇ। ਆਪਾਂ ਚਾਹਾਂਗੇ ਕਿ ਇਹਨਾਂ ਨਾਲ ਹੋਰ ਵਿਸਥਾਰ ਦੇ ਵਿੱਚ ਗੱਲਬਾਤ ਕਰੀਏ ਕਿ ਕਦੋਂ ਤੋਂ ਜਿਹੜਾ ਲੰਗਰ ਹੈ ਉਹ ਬਾਬਾ ਜੀ ਹੁਣਾਂ ਵੱਲੋਂ ਚੱਲ ਰਿਹਾ ਤੇ ਕੀ ਸੇਵਾਵਾਂ ਨੇ ਜਿਹੜੀਆਂ ਉਹ ਕਿਸਾਨ ਵੀਰਾਂ ਤੱਕ ਪਹੁੰਚਾਈਆਂ ਜਾ ਰਹੀਆਂ। ਸਾਰੀ ਗੁਰੂ ਕੀ ਸੰਗਤ ਨੂੰ, ਸਾਰੀ ਇਲਾਕਾਈ ਨੂੰ ਸਭ ਤੋਂ ਪਹਿਲਾਂ ਜੀ ਗੁਰ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਇੱਥੇ ਸਿੰਘ ਸਾਹਿਬ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ, ਭਤੀਜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜੋ ਇੰਟਰਨੈਸ਼ਨਲ ਪੰਥਕ ਦਲ ਦੇ ਬਾਨੀ ਨੇ, ਸਰਪ੍ਰਸਤ ਨੇ, ਜੋ ਉਹਨਾਂ ਵੱਲੋਂ ਇਹ ਕੁੰਡਲੀ ਬਾਰਡਰ ਤੇ KFC ਦੇ ਸਾਹਮਣੇ 2 ਤਰੀਕ ਤੋਂ ਲੈ ਕੇ ਲਗਾਤਾਰ ਗੁਰੂ ਕੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਬਹੁਤ ਵੱਡੇ ਭਾਰੀ ਇੱਕ ਕੈਂਪ ਚੱਲ ਰਹੇ ਨੇ, ਜਿੱਥੇ ਕੈਂਪ ਦੇ ਵਿੱਚ ਖਾਸੀਅਤ ਇਹ ਹੈ, ਇਹਦੇ ਵਿੱਚ ਇੱਕ ਐਲੋਪੈਥੀ, ਆਯੁਰਵੈਦਿਕ ਤੇ ਹੋਮਿਓਪੈਥਿਕ ਦੀ ਦਵਾਈ ਮੈਡੀਸਨ ਦਿੱਤੀ ਜਾ ਰਹੀ ਹੈ ਕਿ ਕਿਸੇ ਨੂੰ ਕੋਈ ਐਲੋਪੈਥੀ ਸ਼ੂਟ ਨਹੀਂ ਕਰਦੀ, ਉਹ ਹੋਮਿਓਪੈਥਿਕ ਖਾਂਦਾ, ਕੋਈ ਆਯੁਰਵੈਦਿਕ ਖਾਂਦਾ। MBBS ਡਾਕਟਰ ਜਾਂ ਸੁਖਬੀਰ ਸਿੰਘ ਲਲ ਤੋਂ ਇੱਕ ਹਸਪੀਟਲੋਂ ਵੀ ਇਹ ਕੈਂਪ ਚੱਲ ਰਹੇ ਨੇ। ਇੱਕ ਕੈਂਪ ਚੱਲ ਰਿਹਾ ਰਸੋਈ ਢਾਬੇ ਕੋਲ ਜੀ, ਇੱਕ ਬਹੁਤ ਵੱਡਾ ਕੈਂਪ ਇਹ ਚੱਲ ਰਿਹਾ ਤੇ ਨਾਲ ਇੰਟਰਨੈਸ਼ਨਲ ਪੰਥਕ ਦਲ ਨੂੰ ਕਿਸਾਨ ਬਚਾਓ ਮੋਰਚਾ ਜਿਹੜਾ ਉਹਨਾਂ ਵੱਲੋਂ ਬਜ਼ੁਰਗਾਂ ਲਈ, ਉਹ ਤੁਹਾਨੂੰ ਅਸੀਂ ਦਿਖਾ ਸਕਦੇ ਹਾਂ ਬਹੁਤ ਵਿਸਥਾਰ ਦੇ ਨਾਲ 200-250 ਸਿੰਘਣੀਆਂ ਦਾ ਜਿਹੜਾ ਇਹ ਵਿਸਥਾਰ ਦੇ ਨਾਲ ਇਹ ਜੋ ਰੈਣ ਬਸੇਰਾ ਹੈ, ਆ ਵੇਖੋ ਬਜ਼ੁਰਗ ਨਿਕਲ ਰਹੇ ਨੇ, ਰੈਣ ਬਸੇਰਾ ਤੇ ਇਹ 200-250 ਸਿੰਘ ਇੱਥੇ ਪੈ ਸਕਦੇ, ਵਿਸ਼ਰਾਮ ਕਰ ਸਕਦੇ ਆ। ਇਹ ਬਾਰਿਸ਼ ਆ ਗਈ ਸੀ, ਬਾਰਿਸ਼ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਸੀ, ਫਿਰ ਬਹੁਤ ਵੱਡੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾਵਾਂ ਨਾਲ ਨਿਭਾਈਆਂ ਗਈਆਂ। ਉੱਥੇ 24 ਘੰਟੇ ਗੁਰੂ ਕਾ ਲੰਗਰ ਵੀ ਚੱਲ ਰਿਹਾ ਹੈ, ਨਾਲ 24 ਘੰਟੇ ਗੁਰੂ ਕਾ ਲੰਗਰ, ਚਾਹ ਪਕੌੜੇ, ਬ੍ਰੈਡ ਐਰਾ ਵਗੈਰਾ, ਖੀਰ ਪ੍ਰਸ਼ਾਦ ਸਾਰਾ, ਨਾਲ ਰੈਣ ਬਸੇਰਾ, ਨਾਲ ਹੋਮਿਓਪੈਥਿਕ ਦੀਆਂ ਦਵਾਈਆਂ ਚੱਲ ਰਹੀਆਂ ਨੇ, ਨਾਲ ਇੱਕ ਦਸਤਾਰਾਂ ਦਾ ਵੀ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਦਸਤਾਰਾਂ ਵੀ ਵੱਜ ਰਹੀਆਂ ਨੇ ਇੱਥੇ, ਉਹ ਵੀ ਸਿੰਘ ਆਪੋ ਧਾਪੀ ਮਤਲਬ ਆਪੇ ਗੁਰੂ ਕੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ। ਸੋ ਸੰਗਤ ਜੀ, ਜੇ ਆਪਾਂ ਗੱਲ ਕਰੀਏ ਇੱਥੇ ਚੱਲ ਰਹੀਆਂ ਸੇਵਾਵਾਂ ਦੀ, ਤੇ ਮੈਨੂੰ ਲੱਗਦਾ ਕਿ ਜਿਹੜੇ ਗਿਣਨਾ ਮੁਸ਼ਕਲ ਹੋ ਜਾਏਗਾ ਕਿ ਇੰਨੇ ਪ੍ਰਕਾਰ ਦੀਆਂ ਤੇ ਇੰਨੀਆਂ ਸੁਵਿਧਾਵਾਂ ਜਿਹੜੀਆਂ ਇੱਥੇ ਸਾਰੀਆਂ ਹੀ ਪੰਥਕ ਜਥੇਬੰਦੀਆਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ, ਚਾਹੇ ਉਹ ਫਿਰ ਕਿਸਾਨ ਬਜ਼ੁਰਗ ਹੋਣ ਸਾਡੇ ਜਾਂ ਫਿਰ ਸਾਡੇ ਨੌਜਵਾਨ ਹੋਣ, ਕਿਉਂਕਿ ਨੌਜਵਾਨਾਂ ਦੇ ਵਿੱਚ ਬਾਬਾ ਜੀ ਬੜਾ ਉਤਸ਼ਾਹ ਦੇਖਣ ਨੂੰ ਮਿਲਦਾ। ਹਾਂਜੀ, ਇਹ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਯੂਥ ਦੇ ਵਿੱਚ ਉਤਸ਼ਾਹ ਜੀ, ਉੱਥੇ ਬਜ਼ੁਰਗ, ਮਾਈਆਂ, ਬੀਬੀਆਂ ਉਹਨਾਂ ਦੇ ਵਿੱਚ ਵੀ ਆ। ਅਸੀਂ ਇਹ ਸੰਗਤ ਟੈਲੀਵਿਜ਼ਨ ਜਿਹੜਾ ਇਹਨਾਂ ਨੌਜਵਾਨ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ, ਜਿਹੜੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭਾਵੇਂ ਬਾਰਿਸ਼ ਹੋਵੇ, ਮੀਂਹ ਕਣੀ ਹੋਵੇ, ਜਿੰਨਾ ਵੀ ਸਾਡਾ ਗੋਦੀ ਮੀਡੀਆ ਨਹੀਂ, ਸਾਡੇ ਜਿਹੜੀ ਇਹ ਗੱਲਾਂ ਸਾਡੀਆਂ ਦੇਸ਼ਾਂ ਵਿੱਚ ਪਹੁੰਚਾ ਰਹੇ ਆ, ਤੇ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੇਖੋ ਹੁਣ ਸੰਗਤ UK ਵੱਲੋਂ ਆ ਗੁਰੂ ਕੀਆਂ ਸੰਗਤਾਂ ਜਿਹੜੀਆਂ ਸੰਗਤਾਂ ਵਾਸਤੇ ਟੈਂਟ ਦੀ ਸੇਵਾ ਕਰ ਰਹੀਆਂ ਨੇ, ਅਸੀਂ ਇਹਨਾਂ ਦੇ ਵੀ ਬਹੁਤ ਸਿੰਘ ਸਾਹਿਬ ਜੀ ਵੱਲੋਂ ਆਭਾਰੀ ਹਾਂ। ਅਸੀਂ ਇਹ ਸੰਗਤ ਟੈਲੀਵਿਜ਼ਨ ਦਾ ਵੀ ਸਾਰੇ ਗੁਰੂ ਕੇ ਸਿੱਖਾਂ ਦਾ
ਬਹੁਤ ਬਹੁਤ ਅਸੀਂ ਸਾਰੇ ਰਿਣੀ ਆ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਇੱਥੋਂ ਦੀ ਗੱਲ ਜਿਹੜੀ ਪਹੁੰਚਾ ਰਹੇ ਆ ਜੀ। ਬਹੁਤ ਬਹੁਤ ਧੰਨਵਾਦ ਦਾਸ ਸੱਜਣ ਸਿੰਘ ਜੋ ਇੰਟਰਨੈਸ਼ਨਲ ਪੰਥਕ ਦਲ ਦਾ ਜੋ ਸਲਾਹਕਾਰ ਪੰਜਾਬ ਤਰਨਤਾਰਨ ਜ਼ਿਲ੍ਹਾ ਪ੍ਰਧਾਨ। ਸੋ ਇਹ ਦਾਸ ਜੋ ਬੇਨਤੀ ਆਪ ਜੀ ਨੂੰ ਵਿਸਥਾਰ ਨਾਲ ਦੱਸਿਆ ਹੈ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਬਾਬਾ ਜੀ ਆਪ ਜੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਤਾਨੂੰ ਮਨੋ ਧਨੋ ਇੱਥੇ ਡਟੇ ਹੋਏ ਹੋ ਤੇ ਸਾਰੇ ਹੀ ਸੇਵਾਦਾਰਾਂ ਨੂੰ ਨਾਲ ਲੈ ਕੇ ਤੁਸੀਂ ਇੱਥੇ ਬੜੀਆਂ ਹੀ ਉੱਤਮ ਸੇਵਾਵਾਂ ਨਿਭਾ ਰਹੇ ਹੋ। ਸਾਡੀ ਸਾਰੀ ਟੀਮ ਵੱਲੋਂ ਤੇ ਸੰਗਤ ਟੈਲੀਵਿਜ਼ਨ ਦੇਖ ਰਹੀਆਂ ਸਾਰੀਆਂ ਸੰਗਤਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਇੱਕ ਹੋਰ ਗੱਲ ਇੱਥੇ ਕਰਨੀ ਚਾਹੁੰਦਾ ਜੀ, ਫਤਿਹ ਤੇ ਬੁਲਾਤੀ ਹੈ ਜੋ ਇਸ ਕਿਸਾਨ ਬਚਾਓ ਮੋਰਚੇ ਵੱਲੋਂ ਸਿੰਘ ਸਾਹਿਬ ਜੀ ਹੁਕਮ ਅਨੁਸਾਰ ਪਹਿਲਾਂ ਜੋ ਸਟੇਜ ਤੇ ਪਹਿਲਾਂ ਸਵੇਰੇ 8 ਵਜੇ ਜੋ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਤੇ ਫਿਰ ਬਾਅਦ ਚ ਗੁਰੂ ਨਵੇਂ ਪਾਤਸ਼ਾਹ ਜੀ ਦੇ ਸ਼ਬਦਾਂ ਦਾ ਵੀ ਹਰਜਸ ਹੁੰਦਾ ਹੈ। ਸੋ ਦਾਸ ਦੀ ਵੀ ਸਿੰਘ ਸਾਹਿਬ ਵੱਲੋਂ ਡਿਊਟੀ ਲੱਗੀ, ਸੁਖਮਨੀ ਸਾਹਿਬ ਜੀ ਦਾ ਪਾਠ ਵੀ ਪਹਿਲਾਂ ਉੱਥੇ ਜਾਈਦਾ ਹੈ। ਫਿਰ ਇੱਥੇ ਗੁਰੂ ਕੀਆਂ ਸਿੰਘ ਸੰਗਤ ਦੇ ਨਾਲ ਇੱਥੇ ਵੀ ਸਵੇਰ ਸ਼ਾਮ ਜੋ ਰਹਿਰਾ ਸਾਹਿਬ ਜੀ ਦਾ ਜਾਪ ਤੇ ਨਾਲ ਨਿਤਨੇਮ ਪੰਜ ਬਾਣੀਆਂ ਦਾ ਇੱਥੇ ਨਾਲ ਇਹ ਵੀ ਨਾਲ ਜਿੱਥੇ ਇਹ ਤਨ ਦੀ ਖੁਰਾਕ ਚੱਲ ਰਹੀ ਹੈ ਨਾਲ ਇਹ ਸਿੰਘ ਸਾਹਿਬ ਜੀ ਵੱਲੋਂ ਮਨ ਦੀ ਖੁਰਾਕ ਵੀ ਜਿਹੜੀ ਹੈ ਇਹ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਸਿੱਖੀ ਦੇ ਵਿੱਚ ਵੀ ਇਹ ਗੁਰੂ ਕੇ ਸਿੱਖ ਜਿਹੜੇ ਨੌਜਵਾਨ ਪੱਧਤ ਨੇ ਕਿ ਪੋਹ ਸੁਦੀ 7ਵੀਂ ਤੱਕ ਇਹ ਸਾਰੇ ਦੇਸ਼ ਵਿਦੇਸ਼ ਨੂੰ ਬੇਨਤੀ ਹੈ, ਸਾਰੇ ਗੁਰੂ ਕੇ ਸਿੱਖ ਜਿਹੜੇ ਆਪੋ ਆਪਣੇ ਧਰਮ ਸਾਰਿਆਂ ਨੂੰ ਪਿਆਰੇ ਆ ਤੇ ਨਾਲ ਜਿਹੜੀ ਕੇਸਦਾਰਾ ਰੱਖਣ ਵਾਸਤੇ ਵੀ ਇਹ ਸਿੰਘ ਇੱਥੇ ਇਹ ਵੀ ਨਾਲ ਸਿੱਖੀ ਦਾ ਪ੍ਰਚਾਰ ਵੀ ਚੱਲ ਰਿਹਾ ਜੀ। ਦੇ ਵਿੱਚ ਆਪਾਂ ਸੇਵਾ ਦੀ ਗੱਲ ਕਰੀਏ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਦੀ ਮੈਡੀਕਲ ਸੁਵਿਧਾ ਦੀ ਗੱਲ ਕਰੀਏ ਫਿਰ ਉਹ ਜਿਹੜੀਆਂ ਸੰਗਤਾਂ ਨੇ ਉਹ ਆਪਣਾ ਜਿਹੜਾ ਦਸਵੰਧ ਕੱਢ ਕੇ ਉਹ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰਦੀਆਂ ਨੇ ਉਹਨਾਂ ਨੂੰ ਇੰਜ ਅਹਿਸਾਸ ਹੁੰਦਾ ਕਿ ਅਸੀਂ ਮੋਰਚੇ ਦੇ ਵਿੱਚ ਹੀ ਇਸ ਟਾਈਮ ਮੌਜੂਦ ਆ। ਜੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਰੂਟੀਨ ਹੈ ਜਿਹੜੀ ਰੋਜ਼ ਦੀ ਹਰ ਇੱਕ ਬਾਰਡਰ ਦੀ ਉਹ ਜ਼ਰੂਰ ਸੰਗਤ ਤੱਕ ਜਿਹੜੀ ਕਵਰੇਜ ਉਹ ਪਹੁੰਚਾਈ ਜਾਵੇ। ਤੇ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਿਚਾਰਾਂ ਵਾਸਤੇ ਜੀ। ਅਸੀਂ ਜੀ ਇੱਥੇ ਅਸੀਂ ਤੇ ਇੱਕ ਸੇਵਾਦਾਰ ਹੀ ਆ, ਇਹ ਕਰਤਾ ਸਾਰੇ ਕਾਰਜ ਗੁਰੂ ਕੀ ਸੰਗਤਾਂ ਹੀ ਕਰ ਰਹੀਆਂ। ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰੂ ਕੇ ਲੰਗਰਾਂ ਦੀਆਂ ਆ ਵੇਖੋ ਟੈਂਟ ਲੱਗ ਰਹੇ ਨੇ। ਇਹ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਉਹ ਆਤ ਨਹੀਂ ਛੇਤੀ ਸਕਦੇ ਪਰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਇੱਥੇ ਸਾਨੂੰ ਜ਼ਿਲ੍ਹਾ ਮਿਲ ਰਿਹਾ ਹੈ। ਉਤਸ਼ਾਹਤ ਕਰ ਰਹੇ ਨੇ ਵੀ ਤਗੜੇ ਹੋ ਕੇ ਕੋਈ ਗੁਰੂ ਕੀ ਸੰਗਤ ਦੀ ਜਲ ਪਾਣੀ ਦੇ ਨਾਲ ਸਭ ਤੋਂ ਵੱਡੀ ਸੇਵਾ ਹੋਵੇ। ਅਸੀਂ ਮੋਦੀ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਹਾਂ, ਰਿਕਵੈਸਟ ਕਰਦੇ ਹਾਂ। ਕਿਤੇ ਚਮਕੌਰ ਦੀ ਗੜੀ ਦੇ ਵਿੱਚ ਪੰਜ ਸਿੰਘਾਂ ਨੇ ਬੇਨਤੀ ਕੀਤੀ ਕਲਗੀਧਰ ਪਿਤਾ ਜੀ ਤੁਸੀਂ ਇੱਥੋਂ ਚੱਲ ਜੋ ਤੁਹਾਡੀ ਲੋੜ ਹੈ। ਇੱਥੇ ਜਿਹੜਾ ਅੰਨਦਾਤਾ ਹੈ ਜ਼ਮੀਨ ਤੇ ਜਿਹਦੇ ਸਾਰਾ ਕੁਝ ਚੱਲ ਰਿਹਾ ਹੈ ਜੋ ਉਹਨੂੰ ਜਿਹੜਾ ਇੱਥੇ ਵੇਖੋ ਗੁਲਾਮ ਬਣਾਇਆ ਜਾ ਰਿਹਾ ਹੈ ਤੇ ਅਸੀਂ ਉਹਨੂੰ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹ ਇੰਨਾ ਪਾਪ ਜ਼ੁਲਮ ਜਿਹੜਾ ਨਹੀਂ ਕਮਾਉਣਾ ਚਾਹੀਦਾ। ਜੋ 3 ਆਰਡੀਨੈਂਸ ਨੇ ਇਹ ਵਾਪਸ ਲੈ ਕੇ ਤੇ ਇਹ ਅਸੀਂ ਇਹ ਕੰਮ ਸਮਾਪਤ ਹੋਵੇ ਤੇ ਘਰੋਂ ਘਰੀ ਸਾਰੇ ਸੁੱਖ ਦੀ ਨੀਂਦ ਨਾਲ ਜਾ ਕੇ ਸੌਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਟੈਂਟ ਦੀ ਜਿਹੜੀ ਖਾਸੀਅਤ ਇਹ ਆ ਕਿ ਇਹ ਆਸਾਨੀ ਦੇ ਨਾਲ ਜਿਹੜਾ ਆਪਾਂ ਚੁੱਕ ਕੇ ਇਹਨੂੰ ਆਸੇ-ਪਾਸੇ ਕਰ ਸਕਦੀਆਂ ਨੇ ਸੰਗਤਾਂ ਕਿਉਂਕਿ ਕਈ ਵਾਰ ਕੋਈ ਹਵਾ ਦਾ ਸਰਕਲ ਕਿਸੇ ਪਾਸੇ ਨੂੰ ਹੁੰਦਾ ਜਾਂ ਕੋਈ ਵੀ ਹੋਰ ਪਰੇਸ਼ਾਨੀ ਵੀ ਆਉਂਦੀ ਹੈ ਕਿਸੇ ਤਰ੍ਹਾਂ ਦੀ ਰਸਤੇ ਨੂੰ ਲੈ ਕੇ ਜਗ੍ਹਾ ਨੂੰ ਲੈ ਕੇ ਤੇ ਉਹ ਆਪਾਂ ਕਿਤੇ ਵੀ ਇਹਨੂੰ ਰੱਖ ਸਕਦੇ ਹਾਂ ਆਸੇ-ਪਾਸੇ। ਬੜੀ ਵਧੀਆ ਇਹਦੀ ਇੱਕ ਖਾਸੀਅਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਪਿਛਲੇ 1.5 ਮਹੀਨੇ ਤੋਂ ਦਿੱਲੀ ਵਿਖੇ ਤੇ 3 ਕੁ ਮਹੀਨੇ ਪੰਜਾਬ ਦੇ ਵਿੱਚ ਪਹਿਲਾਂ ਕਿਸਾਨਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ ਜੋ ਭਾਰਤ ਸਰਕਾਰ ਨੇ ਤਿੰਨ ਜਿਹੜੇ ਬਿੱਲ ਹੈ ਖੇਤੀ ਸੰਬੰਧੀ ਪਾਸ ਕੀਤੇ ਹੈ। ਕਿਸਾਨ ਸਮਝਦੇ ਆ ਕਿ ਇਹ ਜਿਹੜੇ ਬਿੱਲ ਹੈ ਇਹ ਕਿਸਾਨ ਮਾਰੂ ਹੈ, ਖੇਤੀ ਨੂੰ ਤਬਾਹ ਕਰ ਦੇਣਗੇ। ਇਸ ਕਰਕੇ ਇਹ ਬਿੱਲ ਵਾਪਸ ਲੈਣੇ ਚਾਹੀਦੇ ਆ। ਇਸ ਮੰਗ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਕਿਸਾਨ ਜਦੋਂ ਉਸ ਤੋਂ ਬਾਅਦ ਜਦੋਂ ਦਿੱਲੀ ਪਹੁੰਚਣ ਤੋਂ ਬਾਅਦ ਸਾਰੇ ਭਾਰਤ ਦੇ ਕਿਸਾਨ ਇੱਥੇ ਇਕੱਠੇ ਹੋ ਰਹੇ ਨੇ। ਕੇਵਲ ਕਿਸਾਨ ਹੀ ਨਹੀਂ, ਇੱਥੇ ਮਜ਼ਦੂਰ ਵੀ, ਵਪਾਰੀ ਵੀ, ਦੁਕਾਨਦਾਰ ਵੀ, ਬਿਜ਼ਨਸਮੈਨ ਵੀ ਸਾਰੇ ਇਕੱਠੇ ਹੋ ਰਹੇ ਨੇ। ਇਸ ਇਕੱਠ ਨੂੰ ਵੇਖ ਕੇ ਭਾਰਤ ਦੀ ਸਰਕਾਰ ਬੁੰਦਲਾਈ ਹੋਈ ਹੈ ਕਿਉਂਕਿ ਜਿੰਨਾ ਸ਼ਾਂਤਮਈ ਇਹ ਸੰਘਰਸ਼ ਚੱਲ ਰਿਹਾ ਹੈ ਜਿੰਨੀ ਇਹਨੂੰ ਲਾਗੇ ਪਾਗੇ ਸਾਰੀ ਸਪੋਰਟ ਲੰਗਰ ਪਾਣੀ ਦੀ ਔਰ ਵਿਦੇਸ਼ਾਂ ਦੇ ਵਿੱਚੋਂ ਬਹੁਤ ਵੱਡੀ ਸਪੋਰਟ ਮਿਲ ਰਹੀ ਹੈ। ਇਸ ਨੂੰ ਵੇਖ ਕੇ ਵੀ ਘਬਰਾਈ ਹੋਈ ਹੈ ਗਵਰਨਮੈਂਟ ਤੇ ਵਿਦੇਸ਼ਾਂ ਦੀਆਂ ਜਿੰਨੀਆਂ ਸਰਕਾਰਾਂ ਭਾਵੇਂ ਉਹ ਕੈਨੇਡਾ ਦੀ ਹੈ, ਅਮਰੀਕਾ ਦੀ ਹੈ, ਭਾਵੇਂ ਉਹ ਬਰਤਾਨੀਆ ਦੀ ਆ, ਬਹੁਤ ਸਾਰੀਆਂ ਸਰਕਾਰਾਂ ਨੇ ਵੀ ਕਿਹਾ ਹੈ ਕਿ ਇਹ ਜਿਹੜਾ ਸ਼ਾਂਤਮਈ ਸੰਘਰਸ਼ ਹੈ ਇਹਦੀ ਹੱਲ ਕਰਨਾ ਚਾਹੀਦਾ। ਇਸ ਮਸਲੇ ਦੀ ਸੁਣਵਾਈ ਹੋਣੀ ਚਾਹੀਦੀ ਹੈ। ਤੁਰੰਤ ਭਾਰਤ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ
ਇਸ ਕਰਕੇ ਅੰਦਰ ਖਾਤੇ ਸਰਕਾਰ ਹਿੱਲੀ ਹੋਈ ਹੈ, ਬਾਹਰੋਂ ਇਹਦਾ ਚਿਹਰਾ ਹੈਂਕੜਬਾਜੀ ਵਾਲਾ ਹੈ। ਪਰ ਮੈਂ ਉਹਨਾਂ ਨੌਜਵਾਨਾਂ ਦੀ ਦਾਤ ਦਿੰਦਾ ਜਿਹੜੇ ਰੋਜ਼ ਲੰਗਰ ਲਿਆਉਂਦੇ ਆ, ਦੁੱਧ ਲਿਆਉਂਦੇ ਆ, ਰਸਤਾਂ ਲਿਆਉਂਦੇ ਆ। ਤਾਂ ਹੀ ਤੁਸੀਂ ਦੇਖਿਆ ਕਿ ਪਿਛਲਾ ਜਿਹੜਾ ਹਫਤਾ ਸੀ ਉਹ ਬਰਸਾਤ ਦਾ ਹਫਤਾ ਸੀ। ਬਹੁਤ ਸਾਰੇ ਟੈਂਟ ਚੋ ਗਏ, ਬਹੁਤ ਸਾਰੇ ਜਿਹੜੇ ਇੱਥੇ ਵਰਕਰ ਸੀ ਉਹਨਾਂ ਦੇ ਬਿਸਤਰ ਭਿੱਜ ਗਏ, ਤੇ ਜਿੰਨੀ ਸੰਗਤ ਸੀ ਉਹਨਾਂ ਦੇ ਵੀ ਬਿਸਤਰੇ ਭਿੱਜ ਗਏ, ਪਹਿਨਣ ਵਾਲੇ ਕੱਪੜੇ ਭਿੱਜ ਗਏ। ਪਰ ਇਹਦੇ ਬਾਵਜੂਦ ਇੱਥੇ ਬਾਣੀ ਦਾ ਜਾਪ ਹੁੰਦਾ ਰਿਹਾ, ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਰਿਹਾ, ਸਿੰਘ ਜਕਾਰੇ ਛੱਡਦੇ ਰਹੇ, ਡਟੇ ਰਹੇ। ਉਹਨਾਂ ਦਾ ਮੋਰਲ ਪੂਰੀ ਤਰ੍ਹਾਂ ਆਪਸੀ ਡਟੇ ਹੋਏ ਸੀ। ਇਹਨਾਂ ਹਾਲਾਤਾਂ ਨੂੰ ਵੇਖ ਕੇ ਸਾਡੇ ਨਾਲ ਅੱਜ ਸੰਗਤ ਟੀਵੀ ਵੱਲੋਂ ਸਮੁੱਚੀ ਟੀਮ ਸਾਰੇ ਬਾਰਡਰਾਂ ਤੇ ਜਾ ਜਾ ਕੇ ਇੱਕ ਸੇਵਾ ਕਰ ਰਹੀ ਹੈ। ਇਹ ਰੈਡੀਮੇਡ ਜਿਹੜੇ ਟੈਂਟ ਦੇ ਰਹੇ ਆ, ਜਿਹੜੇ ਵਾਟਰਪ੍ਰੂਫ ਵੀ ਆ। ਬਰਸਾਤ ਦੇ ਵਿੱਚ ਇਹਨਾਂ ਜਿਹੜੇ ਹਾਲਾਤ ਇੱਥੇ ਰਹਿ ਕੇ ਭਾਈ ਰਣਧੀਰ ਸਿੰਘ ਉਹਨਾਂ ਨੇ, ਇਹਨਾਂ ਸਾਰੇ ਜੱਥੇ ਨੇ ਦੇਖਿਆ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਦੀ ਗੁਜ਼ਰਨਾ ਪਿਆ। ਇਹਨਾਂ ਨੇ ਉਹੋ ਜਿਹਾ ਹੀ ਪ੍ਰਬੰਧ ਕਰ ਲਿਆ, ਰੈਡੀਮੇਡ ਸਾਰੇ ਜਿਹੜੇ ਟੈਂਟ ਲਿਆਂਦੇ ਨੇ। ਔਰ ਸਾਰੇ ਜਿੱਥੇ ਜਿੱਥੇ ਲੰਗਰ ਲੱਗੇ ਨੇ, ਜਿੱਥੇ ਸੰਗਤਾਂ ਦਾ ਵਸੇਬਾ ਹੈ, ਜਿੱਥੇ ਲੋੜ ਮਹਿਸੂਸ ਕਰਦੀ ਹੈ ਸੰਗਤ, ਉੱਥੇ ਇਹ ਫ੍ਰੀ ਤੌਰ ਤੇ ਮੁਫਤ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ। ਸੋ ਦਾਸ ਪੂਰੇ ਜੱਥੇ ਦਾ, ਪੂਰਾ ਜਿੰਨਾ ਸੰਗਤ ਟੀਵੀ ਦੀ ਜਿੰਨੀ ਟੀਮ ਹੈ, ਸਾਰਿਆਂ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ ਕਿ ਮੌਕੇ ਦੇ ਮੁਤਾਬਕ ਜਿਹੜੀ ਸੇਵਾ ਹੋਵੇ। ਮਹਾਰਾਜ ਦਾ ਹੁਕਮ ਹੈ, ਸਾਥ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰੂ ਕਾ ਮਨ ਮੰਨੇ। ਜਾਂ ਸਤਿਗੁਰੂ ਕਾ ਮਨ ਮੰਨਿਆ ਤਾਂ ਪਾਪ ਸੰਮਲ ਭੰਨੇ। ਜਿੱਥੇ ਜਦੋਂ ਮਹਾਰਾਜ ਨੂੰ ਘੋੜਿਆਂ ਦੀ ਲੋੜ ਸੀ ਨਾ, ਉਦੋਂ ਕਿਹਾ ਘੋੜੇ ਲਿਆਓ, ਤੇ ਜਿਹੜੇ ਭਾਈ ਉਦੋਂ ਘੋੜੇ ਲਿਆਉਂਦੇ ਸੀ, ਗੁਰੂ ਦੀ ਖੁਸ਼ੀ ਹੁੰਦੀ ਸੀ। ਅੱਜ ਇਸ ਚੀਜ਼ ਦੀ ਲੋੜ ਹੈ ਤੇ ਲੋੜ ਦੇ ਮੁਤਾਬਕ ਇਹ ਸੇਵਾ ਕੀਤੀ ਜਾ ਰਹੀ ਹੈ। ਦਾਸ ਤਹਿ ਦਿਲੋਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਹੋਰ ਵੀ ਜਥੇਬੰਦੀਆਂ ਜਿੰਨੀਆਂ ਵੀ ਸੇਵਾ ਦੇ ਵਿੱਚ ਨਿਤਰੀਆਂ ਹੋਈਆਂ ਲੱਗੀਆਂ, ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵੀ ਇੱਥੇ ਮੈਡੀਕਲ ਕੈਂਪ ਲਾਇਆ ਹੋਇਆ ਹੈ, ਲੰਗਰ ਚੱਲ ਰਹੇ ਨੇ, ਥੋੜਾ ਜਿਹਾ ਰਹਿਣ ਵਸੇਬਾ ਕੀਤਾ ਹੋਇਆ ਹੈ। ਅਸੀਂ ਵੀ ਡਟੇ ਹੋਏ ਨਾਲ, ਤੇ ਹੋਰ ਵੀ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਦਮਦਮੀ ਟਕਸਾਲ, ਹੋਰ ਗੁਰੂ ਕੀ ਸਿੱਖ ਸੰਗਤਾਂ ਡਟੀਆਂ ਹੋਈਆਂ। ਤੇ ਸਮੁੱਚੀਆਂ ਜਿਹੜੀਆਂ ਸਿੱਖ ਕਿਸਾਨ ਜਥੇਬੰਦੀਆਂ ਉਹ ਵੀ ਉਹਦੇ ਸੰਗਤਾਂ ਸਮੇਤ ਡਟੀਆਂ ਹੋਈਆਂ। ਗੁਰੂ ਕਿਰਪਾ ਕਰੇ, ਸਾਰੇ ਸੰਘਰਸ਼ ਨੂੰ ਮਹਾਰਾਜ ਫਤਿਹ ਜਾਬੀ ਬਖਸ਼ੇ, ਇਹੀ ਸੰਗਤਾਂ ਦੀ ਅਰਦਾਸ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਗੁਰਨਾਮ ਸਿੰਘ ਝੜੂਣੀ ਜੀ ਸਾਡੇ ਨਾਲ ਮੌਜੂਦ ਨੇ। ਹਰਿਆਣਾ ਜਿਹੜੀਆਂ ਕਿਸਾਨ ਜਥੇਬੰਦੀ ਉਹਨਾਂ ਦੇ ਇਹ ਮੁੱਖ ਆਗੂ ਨੇ ਜਿਹੜੇ, ਤੇ ਆਪਾਂ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਜੋ ਵੀ ਇਨਸੀਡੈਂਟ ਕੱਲ ਹੋਇਆ ਹੈ, ਆਪਾਂ ਸਭ ਜਾਣਦੇ ਹਾਂ, ਉਹਦੇ ਬਾਰੇ ਇਹ ਵਿਸਥਾਰਪੂਰਵਕ ਜਿਹੜੀ ਸੰਗਤ ਨੂੰ ਜਾਣਕਾਰੀ ਦੇਣ। देखिए कल जो मुख्यमंत्री ने रैली रखी थी, किसान पंचायत उसका नाम दिया था, उसका मकसद था कि बीजेपी ने फैसला किया है कि जो आंदोलन चल रहा है देश के अंदर, इसको दबाने के लिए 700 ऐसी किसान सभाएं करेंगे देश में। उसी के तहत, क्योंकि हरियाणा पहल करता है, हरियाणा के मुख्यमंत्री ज़्यादा तलवे चाटता है, तो उसने सबसे पहले ये किसान पंचायत करनाल जिले के अंदर कैमला गांव में रखी। और हमने उसका 2 दिन पहले से विरोध करना शुरू कर दिया था, प्रशासन को बता दिया था कि ये प्रोग्राम रद्द करवाइए, प्रोग्राम मत करवाओ। और लेकिन उसके बावजूद जो मुख्यमंत्री जी थे वो जिद पकड़ गए और उन्होंने कहा कि मैं हर हाल में ये पंचायत करूँगा। तो उसके बाद हमने उनका विरोध करने का प्रोग्राम बना लिया कि हम आपका विरोध करेंगे। और उसके बाद हमने प्रशासन से भी ये बात की कि या तो हमें उसकी स्टेज के लगभग कहीं जहाँ भी वो प्रदर्शन, हमारा प्रदर्शन उसको दिख जाए, ऐसी जगह हमें उपलब्ध करा दें जहाँ से हम अपना विरोध प्रकट उसके सामने कर लें। तो उन्होंने वो जगह उपलब्ध नहीं कराई और उल्टा ये कहा कि जो भी इसका वो करेगा उस पर उसके खिलाफ हम कार्रवाई करेंगे। तो उसके बाद जो था वो हमें फिर ये स्टैंड लेना पड़ा कि हम उसका विरोध करेंगे। और कल उनको फिर वहाँ पे रैली नहीं करने दी और आखिरकार उनको रैली रद्द करनी पड़ी। देखिए फैसला तो सुप्रीम कोर्ट के बारे तो क्या कहें, सुप्रीम कोर्ट नहीं सुनाना फैसला तो, लेकिन मैटर सुप्रीम कोर्ट का नहीं है, मैटर सरकार का है। सरकार ही बीच में इसको निबेड़े तो ज़्यादा अच्छा है। और कल का जो करनाल वाला जो घटना है उसके लिए मैं हरियाणा के सभी भाइयों को बधाई देना चाहूँगा, धन्यवाद करना चाहूँगा कि जिन्होंने खट्टर साहब को ये बता दिया, क्योंकि खट्टर साहब कह रहे थे हरियाणा के लोग तो आंदोलन में शामिल ही नहीं है, जिन्होंने ये बता दिया कि हरियाणा के लोग भी
इस आंदोलन में शामिल हैं उनको समझा दिया उन्हीं की भाषा में। धन्यवाद। सत श्री अकाल। ਸੰਗਤ ਜੀ ਇਸ ਸਮੇਂ ਅਸੀਂ ਹਰਿਆਣਾ ਦੇ ਵੈਸਟ ਹਰਿਆਣਾ ਹਾਈਵੇਜ਼ ਦੇ ਉੱਤੇ ਖੜੇ ਹਾਂ। ਰੋਹਨ ਦੇ ਇਲਾਕੇ ਦੇ ਵਿੱਚ ਆਪਾਂ ਖੜੇ ਹਾਂ ਤੇ ਮੇਰੀ ਪਿਛਲੀ ਸਾਈਡ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਟੋਲ ਹੈ ਉਹ ਬਿਲਕੁਲ ਬੰਦ ਕਰਕੇ ਕਿਸਾਨ ਭਰਾ ਜਿਹੜੇ ਬੈਠੇ ਹੋਏ ਆ ਆਪਣਾ ਰੋਸ ਜ਼ਾਹਿਰ ਕਰ ਰਹੇ ਆ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਜਿਹੜੇ ਟੋਲ ਟੈਕਸ ਨੇ ਉਹ ਬੰਦ ਕੀਤੇ ਗਏ ਆ, ਪੂਰਨ ਤੌਰ ਤੇ ਜਿਹੜੇ ਆਪਾਂ ਕਹਿ ਸਕਦੇ ਬੰਦ ਕੀਤੇ ਗਏ। ਤੇ ਹੁਣ ਹਰਿਆਣੇ ਵਾਲੇ ਵੀਰਾਂ ਨੇ ਵੀ ਜਿਹੜਾ ਸ਼ਿਕੰਜਾ ਹੈ ਉਹ ਟੋਲ ਦੇ ਉੱਤੇ ਪੂਰਾ ਇਸ ਸਮੇਂ ਕੱਸਿਆ ਹੋਇਆ ਹੈ। ਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਕੱਲ ਵੀ ਇਹਨਾਂ ਦੀ ਮੀਟਿੰਗ ਸੀ, ਖੱਟੜ ਸਰਕਾਰ ਦੀ ਜਿਹੜੀ ਮੀਟਿੰਗ ਸੀ ਹਰਿਆਣੇ ਦੇ ਵਿੱਚ, ਉਹ ਬਿਲਕੁਲ ਜਿਹੜਾ ਇਹਨਾਂ ਨੇ ਫੇਲ ਕਰ ਦਿੱਤੀ ਕਿਸਾਨਾਂ ਨੇ। ਮੈਂ ਸਮਝਦਾ ਕਿ ਬੜੀ ਵੱਡੀ ਇੱਕ ਜਿੱਤ ਹੋਈ, ਬੜੀ ਵੱਡੀ ਪ੍ਰਾਪਤੀ ਹੈ। ਤੇ ਸਾਡੇ ਨਾਲ ਜਿਹੜੇ ਆਗੂ ਨੇ ਧਰਨੇ ਦੇ ਵਿੱਚ ਉਹ ਇਸ ਸਮੇਂ ਮੌਜੂਦ ਨੇ किसान आगू, अपन उन्होंने गलबात करांगे। नमस्ते जी। नमस्ते। तो अंकल जी इस समय आप यहाँ पे बैठे हुए हैं, पूर्ण तौर पे ये आपने रोका हुआ है टोल टैक्स, जो गाड़ियाँ ऐसे भी बिना टैक्स दिए यहाँ से निकल रही हैं, तो आप कब से यहाँ पे धरना लगा के, कब से यहाँ पे मोर्चा लगा के बैठे हैं? काफी दिन हो गए हमको। 25 तारीख से काफी दिन हो गए। पिछली 25 तारीख जो है, पहले एक बार हमने 12 को बंद करे थे एक दिन के लिए, फिर लगातार हमने करे 3 दिन के लिए 25, 26, 27। फिर जो है जो हमारी किसान संघ समन्वय समिति है उसका आदेश था कि इनको कंटिन्यू करो। उस दिन से 25 तारीख से कंटिन्यू हर कोई टोल की पर्ची नहीं कटती। और उम्मीद हमें ये भी है कि शायद किसानों की या मजदूरों की एकता बनी रही तो परमानेंटली इनको हम बंद करवाने की बात भी करेंगे। आगे भी जो है जनता की जमीन है, जनता का रोड है। जब गाड़ी कोई भी व्हीकल जब लेता है इंसान तो 15 दिन का रोड टैक्स पहले ही जमा करवा देता है जब गाड़ी को पास करवानी पड़ती है। तो ई भी किस बात का टोल टैक्स ले रही है? तो ये जो है खामखा की लूट है। ये जो कंपनियां हैं, जो कारपोरेट है, उसको जो है साहूकार बनाने की सरकार की नीयत है। किसान से, मजदूर से, आम जनता से इन्हें कोई प्रेम नहीं है। इस देश में 2 देश है, एक भारत में 2 भारत हैं। एक भारत तो यूँ है जो मेरे इर्द गिर्द मेरे चाचा ताऊ मेरे भाई बैठे हैं। मोदी का, अमित शाह का भारत है कारपोरेट, अदानी अंबानी, उनका का तो देश है वो जो 5% लोग हैं। 95% लोगों को वो देश नहीं मान रही है। कल साबित होगी। जो वहाँ करनाल में जब किसानों ने घोषणा कर दी कि हम कोई भी सरकार का मंत्री, नुमाइंदा, कोई अधिकारी आओगा हम उसको रैली नहीं करने देंगे। क्यों जबरदस्ती कर रहे हैं? ये प्रजातंत्र में धक्का कराया उन्होंने, लाठी चार्ज कराया, किसानों के ऊपर पानी छोड़ दिया, आंसू गैस के गोले फेंके। बुजुर्ग आदमी भी थे, उनके अब चोट मारी गई है, पैर तोड़ रखे हैं। तो इसका जो है खट्टर साहब के ऊपर मुकदमे दर्ज होने चाहिए। जब एक मांग ही नहीं है असल में। ये जो 3 काले कानून लाए, ये मांगे किसने थे? किसी ने नहीं मांगे। 95% जनता ये कह रही है कि हमें नहीं चाहिए ये काले कानून। आज भी हमें भी जो है ना 45-46 दिन हो गए बैठा ने। पंजाब का जो किसान है उसको 4 महीने से ऊपर हो गया। 3 महीने तो वहाँ बैठा था पटड़ियाँ के ऊपर, रेल की जो पटड़ियाँ हैं। उन्होंने घोषणा कर दी थी, हम धन्यवाद करते हैं अमरिंदर जिया का, उन्होंने निरस्त कर भी दिए ये कानून। लोग इसमें विधानसभा में ये कह दिया हम बिल्कुल भी लागू नहीं करेंगे। कई राज्य हैं, केरल का भी मुख्यमंत्री ने कहा कि हम नहीं लागू करेंगे इनको। क्यों जबरदस्ती कर रहे हैं? तो इसलिए जो हमारी किसान संघ समन्वय समिति के जो 40 आदमी हैं वो न्यू के हाँ हमने वापसी के बगैर इनको वापस लो, इसका कोई चेंजिंग नहीं चाहिए। हम ये कहा है इसका पोस्टमार्टम करो या लाश है, वह करे हम ऑपरेशन कराएंगे। ये ऑपरेशन हमें मंजूर नहीं है, क्योंकि जिनते कानून का, जिनते आदमी का होता है ऑपरेशन। डेथ हो चुकी इनकी तीनों की, तो ये ऑपरेशन की नहीं, इसका पोस्टमार्टम करके इसका दाग दे दो। बिल्कुल भी किसान वापस नहीं जाएगा। कितना है मोदी जी, लंबा खींच ले। इस देश में नुकसान होने लग रहा है रोज अरबों का। मोदी ने, इससे साफ हो गया कि मोदी ने इस देश से कोई प्रेम नहीं है, ना अमित शाह ने है। उन्होंने तो ये तो फैसला करके रहे, पहले ये एग्रीमेंट कर रहे हैं अदानी अंबानी से, उनके वेयर हाउस इन्होंने तैयार करवा दिया, जमीन खरीद ली ने हजारों एकड़। तो ये किसान जो बैठा है, मैंने भूख नहीं है लेकिन मेन्यू को मैंने खाना नहीं चाहिए, जबरदस्ती मेरे मुंह में खाना दिया जा रहा है। 95% जनता इससे पीड़ित होगी। मंडियां खत्म है। चौधरी छोटू राम की देन है या
पहले भी जो हमारे बुजुर्ग बताते थे कि साहूकार का हम गाड़ी ले जाया करते नाज की, 40 मन का था 25 मन बताया करते। किसान का ये ब्योत नहीं था कि रेट पूछ लो, क्योंकि हम उनके कर्जवान थे साहूकारा के। चौधरी छोटू राम ने कहा कमेटी बनाओ, मंडी खोलो, वहां पे बोली लागेगी, जो ऊंची बोली लगा होगा उसके नाज छूट जाएगा। क्या चौधरी छोटू राम के एहसान बंद है हम आज जिसकी जन्मभूमि पे बैठे हैं। उसने किसान कर्जा से मुक्त करवाया था, उसने कुड़कियां बंद करवाई थी। आज चौधरी छोटू राम को शर्म आनी चाहिए, इसका समधी है वो तो कह रहा है वीरेंद्र जी कि किसान जीतेंगे, ये काले कानून गलत है। उसका बेटा ब्रजेंद्र MP है हिसार से, वो समझाता अंडे बोला तीनों जो है ना कानून किसान के हक में है, हमने नहीं जानते ये काले कानून, मंडियां बंद हो जाएंगी। और आज तक ये था कि मेरे द्वारा लाइसेंस है तो मैं सीमित 1000 क्विंटल रख सकता हूँ, मिसाल के तौर पर कह रहा हूँ। जो खाद्य वितरण प्रणाली है उसका कोई भी सामान है, चाहे वो सब्जी है चाहे अनाज है, वो मैं एक लिमिट से ज्यादा नहीं रख सकता। अगर जो स्टोर में पा गया स्टॉक तो उसमें सजा का प्रावधान भी है, जुर्माने का भी है। इन्होंने कानून खत्म कर दिया, जिसकी जेब में पैसे हैं रखने की जगह है वो कितना भी खरीद लो। मैंने 2 रुपये टमाटर खरीद लिए किलो और मैं 1 साल उनको नहीं काटूंगा, अपने रखूंगा, तो वो जब निकालेगा जब 100 रुपये किलो हो लेंगे, इतने ये जनता मर चुकी होगी। तो ये जो तीनों के तीनों काले जिस दिन मंडियां खत्म हो जाएंगी हम बेचांगे कहाँ पे। आज ये कह रहे हैं ना भाई और भी ज्यादा बाहर जो बिकेगा उस पर टैक्स भी नहीं लगेगा, मंडी में अंदर बेचेगा उसके टैक्स लगेगा। जिस दिन मंडी खत्म हो जाएंगी 2 साल 3 साल तक खरीद लेंगे 50-100 रुपये MSP से ऊपर, लेकिन जिस दिन मंडी खत्म हो जाएगी उस दिन ये कंपनियां मन मर्जी का अपना रेट काटेंगी, मन मर्जी की। एक और देखो नई बात, आज हम कोर्ट में चैलेंज कर सकते हैं जब कोई हमारी लूट कर रहा है तो को जो हमारे को फिर इजाजत नहीं है कोर्ट में जाने की। SDM और DC फैसला करेंगे हमारे मुकदमे का। SDM का के ब्योंत इन कंपनियां का आगे, कोई ब्योंत DC का भी ब्योंत नहीं है कंपनियां का आगे। वो सारा का सारा फैसला उनके हाथ में जाएगा, किसानों की आत्महत्या बढ़ेंगी। आज भी मैं बताऊं हूँ, 5-6 जब कृषि संकट के ऊपर लोकसभा में डिबेट हुई, उन्होंने ये ओटना पड़ा कि 52 किसान हर रोज आत्महत्या कर रहा है, और वो किसान है जिसका नाम प्रॉपर्टी है, अदरवाइज तो मजदूर है, और उसे किसान है वो कितने जो आत्महत्या कर रहे हैं उनकी गिनती नहीं है। आज भी 52 किसान आत्महत्या करते हैं, महिलाओं के गहने तक बिक लिए। आगे बढ़ेगी कि जिस दिन ये काले कानून लागू हो जाएंगे साल में कई लाख किसान आत्महत्या करेगा। जो पंजाब का आज हमारा किसान आ रहा है उसका भुगत भोगी है कंट्रैक्टिंग फार्मिंग का। उन्होंने देख कर दी, जो जहर उसने खा के देख लिया, बहुत खतरनाक जहर है। ये दनियों के हैं 3 गोली 10-10 ग्राम की है जहर की, हम उन 8-8 ग्राम की कर देंगे, 2 ग्राम घटा देंगे, तुम 8 ग्राम की खा लो। 8 ग्राम की भी मानस ने मारेगी पेट में जाते हुए। हमें बिल्कुल भी मंजूर नहीं है ये कानून, इतने नहीं वापस लेंगे, इतने हम खा लिया था अपने घर नहीं जाएंगे। मोदी जी आगे मर्जी, इसने 6 महीने चलाओ, 1 साल चलाओ, 2 साल चलाओ, हम एहसान बंद है मोदी के। ये काले कानून लाकर हमारा भाईचारा बना दिया। पंजाब का और जो किसान हरियाणा का आपस में भाई थे वो पाड़ दिए, आज हमारा भाईचारा कायम कराया है। हम धन्यवाद करते हैं मोदी साहब को। कानून तो उल्टे लेने पड़ेंगे लेकिन हमारा भाईचारा कायम कर दिया, मोदी साहब बधाई के पात्र। किसान एकता जिंदाबाद, किसान एकता जिंदाबाद। और एक भाई साहब मैं ये आपको बधाई भी देना चाहूँगा हमारे चैनल की तरफ से, सभी की तरफ से, कि कल जो मीटिंग हुई है होनी थी, जो एक इकट्ठा होना था खट्टर का, वो बिल्कुल पूरी तरह से आपने जो रद्द कर दिया उसको। बिल्कुल आगे आने वाले समय में भी उसको ज्ञान हो गया, जबकि वो बयान देता था कि जो हरियाणा के किसान है वो तो आंदोलन में शामिल ही नहीं है। लेकिन अब मैं समझता हूँ कि उसे पूरी तरह से ये पता चल गया है कि जो हरियाणा के किसान है बिल्कुल डटे हुए हैं आंदोलन में। और उसके बारे में आप क्या कहना चाहेंगे? इनको देखो जो कल किया हमारे किसान साथियों ने, ये बहुत बधाई का काम कराया है, वो बधाई के पात्र हैं। पूरे देश में मतलब विशेष करके हरियाणा, पंजाब में, यूपी में ये फैसला किसानों ने कर लिया कि हम किसी की भी सभा नहीं होने देंगे जो राज में बैठे हैं। लेकिन या तो इन खट्टर साहब ने सोचनी चाहिए थी ना, भाई तू क्यों आग लगवाने लग रहा है। जब हजारों की तादाद में किसान इकट्ठे हो गए, कह दिया कि हम गांव में नहीं बढ़ने देंगे, हमने नहीं चाहिए इसकी सभा, इसकी सलाह हमें नहीं चाहिए, हमें जानकारी है। कोई पाल ही नहीं है, ये पढ़े लिखे किसान हैं, इंजीनियर बैठे हैं, PhD बैठे हैं जो खेती बाड़ी से कर रहे हैं।
ये कह रहे हैं कि आज तो कह दी कांग्रेस और कम्युनिस्ट इनको बहका रहे हैं, थारा राज है तुम बहका लो, बहका नहीं रखे। इन्होंने वास्तव में पता हो गया कि ये काले कानून बिल्कुल जहर की गोली है, ये हम नहीं खाएंगे। और मैं तो कहता हूं कि खट्टर साहब के ऊपर जो काले अत्याचार करे हैं किसानों के ऊपर, मजदूरों के ऊपर, इसके खिलाफ मुकदमा दर्ज होना चाहिए। आपराधिक मुकदमे का हकदार है आज खट्टर साहब, ये है। और कितनी बड़ी बात है, पहले तो इन्होंने कहा कि हम पंजाब को हरियाणा में नहीं बढ़ने देंगे, हरियाणा में बैरिकेड तोड़ के जब किसान पंजाब का बढ़ा वो बधाई का पात्र है। उन्होंने फिर कहा हम दिल्ली में प्रवेश नहीं करने देंगे, दिल्ली में भी किसान प्रवेश करके पूरी तरह दिल्ली घेर ली। फिर उन्होंने कहा बराड़ी इतने ग्राउंड में नहीं जाओगे, इतने कोई बातचीत सरकार नहीं करेगी। गोडे टेकने पड़े किसाना का आगे सरकार ने 9 बार बातचीत होली, 9 बार। लेकिन वह बहानेबाजी पुराने घसे पिट्टी बात है उनकी। हमारी कमेटी ने लिख के दे दिया, किसान संघर्ष समिति ने, कि इससे नीचे कोई हम बात नहीं करना रहे, कोई लारे लप्पा की हमें जरूरत नहीं है। फिर भी घसा पटा के कह रहे हम इसमें चेंजिंग कर देंगे, चेंजिंग होने की जगह नहीं है। दाल में काला हो तो निकाला जा सकता है, दाल ही काली हो उससे क्या निकालोगे आप। ਬਿਲਕੁਲ ਸੰਗਤ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਸਾਰੇ ਹੀ ਬਜ਼ੁਰਗ ਵੀ ਨੌਜਵਾਨ ਵੀ ਸਾਰੇ ਡਟੇ ਹੋਏ ਆ। ਇਹ ਜ਼ਰੂਰੀ ਨਹੀਂ ਕਿ ਕੋਈ ਜਥੇਬੰਦੀ ਕਿਸੇ ਨਾਲ ਸੰਬੰਧ ਰੱਖਦਾ ਜਾਂ ਨਹੀਂ ਰੱਖਦਾ, ਜਿਹੜੇ ਆਮ ਛੋਟੇ ਤੋਂ ਲੈ ਕੇ ਵੱਡੇ ਕਿਸਾਨ ਸਾਰੇ ਜਿਹੜੇ ਇਸ ਸਮੇਂ ਟੋਲ ਜਿਹੜਾ ਉਹ ਪੂਰਨ ਤੌਰ ਤੇ ਜਿਹੜਾ ਰੱਦ ਕਰਕੇ ਉਹ ਬੈਠੇ ਆ। ਤੇ ਜਿਹੜੇ ਅਗਲੇ ਬਾਰਡਰਾਂ ਦੀਆਂ ਤਸਵੀਰਾਂ ਨੇ ਉਹ ਵੀ ਤੁਹਾਨੂੰ ਲਗਾਤਾਰ ਦਿਖਾਉਂਦੇ ਰਹਾਂਗੇ। मोदी तेरी जागीर हिंदुस्तान मोदी तेरी जागीर नहीं हिंदुस्तान। खट्टर मोदी किसान विरोधी मुर्दाबाद मुर्दाबाद मुर्दाबाद। खट्टर मोदी किसान विरोधी मुर्दाबाद मुर्दाबाद। भी हम जीते थे आज भी हम जीतेंगे, अरे कल भी हम जीते थे आज भी हम जीतेंगे, अरे कल भी वो हारे थे आज भी वो हारेंगे, अरे कल भी हम जीते थे आज भी हम जीतेंगे। खट्टर मोदी किसान विरोधी मुर्दाबाद मुर्दाबाद मुर्दाबाद। किसान मजदूर एकता जिंदाबाद जिंदाबाद जिंदाबाद। हमारा भाईचारा जिंदाबाद जिंदाबाद जिंदाबाद। किसान मजदूरों की एकता जिंदाबाद जिंदाबाद जिंदाबाद। चौधरी छोटू राम तेरे सपनों को मंजिल तक ले जाएंगे, चौधरी छोटू राम तेरे सपनों को मंजिल तक ले जाएंगे। मैं प्रीत सिंह किसान सभा का जिला अध्यक्ष, राज्य का उपाध्यक्ष। आज जो है हमारे जो लाल बहादुर शास्त्री पूर्व प्रधानमंत्री देश के, उनकी पुण्यतिथि है। आज के दिन उनकी डेथ हुई थी, तो हम उसके ऊपर बिल्कुल हम लाल बहादुर शास्त्री जियों को याद करते हुए 2 मिनट का मौन रखेंगे। सब हमारे बुजुर्ग और नौजवान साथी जो भी हैं वो 2 मिनट उनको आत्मा के लिए हम शांति रहे उनको, और उनको हम याद करेंगे 2 मिनट मौन रख के। लाल बहादुर शास्त्री जी अमर रहे, लाल बहादुर शास्त्री जी अमर रहे। जय जवान जय किसान के धनी शास्त्री जी अमर रहे। ਸੰਗਤ ਜੀ ਇਹ ਜਿਹੜੇ ਵੀਰ ਨੇ ਇੱਥੇ ਹੀ ਰਾਤ ਨੂੰ ਵੀ ਜਿਹੜਾ ਇਹਨਾਂ ਦਾ ਮੋਰਚਾ ਲਗਾਤਾਰ ਜਾਰੀ ਰਹਿੰਦਾ ਤੇ ਦਿਨੇ ਤਾਂ ਬਿਲਕੁਲ ਆਪਾਂ ਦੇਖ ਸਕਦੇ ਹਾਂ ਕਿ ਇਹ ਇੱਥੇ ਡਟਦੇ ਹੀ ਨੇ। ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਇੱਕ ਜਿਹੜਾ ਵੱਡੇ ਸਾਈਜ਼ ਦਾ ਜਿਹੜਾ ਟੈਂਟ ਸੰਗਤ ਏਡ ਟਰਸਟ ਵੱਲੋਂ ਜਿਹੜਾ ਇਹਨਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਇਸ ਸਮੇਂ। ਤੇ ਟੈਂਟ ਦੀ ਜਿਹੜੀ ਫਿਟਿੰਗ ਹੈ ਉਹ ਬਸ ਸ਼ੁਰੂ ਹੋਣ ਵਾਲੀ ਹੈ, ਤੇ ਤਾਂ ਕਿ ਜਿਹੜੇ ਇਹ ਵੀਰ ਇੱਥੇ ਰੁਕਦੇ ਆ ਰਾਤ ਦੇ ਸਮੇਂ ਵੀ ਉਹ ਠੰਡ ਤੋਂ, ਤਰੇਲ ਤੋਂ, ਮੀਂਹ ਤੋਂ, ਕਣੀ ਤੋਂ, ਕੋਈ ਕਿਸੇ ਵੀ ਤਰ੍ਹਾਂ ਦੇ ਜਿਹੜੇ ਮੌਸਮੀ ਜਿਹੜੀ ਮੌਸਮ ਦਾ ਆਪਾਂ ਕਹਿ ਸਕਦੇ ਜੇ ਦਸ਼ਾ ਬਦਲਦੀ ਹੈ, ਤੇ ਇਹ ਵਧੀਆ ਤਰੀਕੇ ਨਾਲ ਇੱਥੇ ਆਪਣਾ ਜਿਹੜਾ ਇਹ ਮੋਰਚਾ ਉਹ ਲਗਾਤਾਰ ਜਾਰੀ ਰੱਖ ਸਕਣ।
ਸੋ ਇੱਕ ਵਾਰ ਇਹ ਹਰਿਆਣੇ ਦੀਆਂ ਸੰਗਤਾਂ ਵੱਲੋਂ ਵੀ ਅਸੀਂ ਜਿਹੜਾ ਬਹੁਤ ਬਹੁਤ ਧੰਨਵਾਦ ਸੰਗਤ ਏਡ ਟਰਸਟ ਨਾਲ ਜੁੜੀਆਂ ਸਾਰੀਆਂ ਸੰਗਤਾਂ ਦਾ ਕਰਦੇ ਹਾਂ। ਸੰਗਤ ਜੀ ਆਪਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਉਤਸ਼ਾਹ ਦੇਖੋ ਸੰਗਤ ਦੇ ਵਿੱਚ, ਕਿੰਨੇ ਹੀ ਜਿਹੜੇ ਭਰਾ ਨੇ ਉਹ ਜੁਟੇ ਹੋਏ ਆ, ਇੱਕ ਤੋਂ ਵੱਧ ਕੇ ਇੱਕ ਅੱਗੇ ਲੱਗ ਕੇ ਜਿਹੜਾ ਇਸ ਕੰਮ ਵਾਸਤੇ ਸੇਵਾ ਕਰ ਰਿਹਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਉਹ ਇੱਕ ਸਾਂਝਾ ਕੰਮ ਇਸ ਨੂੰ ਸਮਝਦੇ ਆ। ਕੋਈ ਇਹਦੇ 'ਚ ਵਖਰੇਵਾਂ ਨਹੀਂ ਸਮਝਦੇ, ਕਿਸੇ ਤਰ੍ਹਾਂ ਦਾ ਕੋਈ ਮਤਲਬ ਕੋਈ ਆਲਸ ਨਜ਼ਰ ਨਹੀਂ ਆਉਂਦਾ। ਬੜਾ ਹੀ ਉਤਸ਼ਾਹ, ਬੜੀ ਜਿਵੇਂ ਕਹਿ ਸਕਦੇ ਆ ਐਕਸਾਈਟਡ ਨੇ ਸਾਰੇ ਹੀ ਕਿਸਾਨ, ਕਿਉਂਕਿ ਜਦੋਂ ਸਾਡੀ ਟੀਮ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਨੂੰ ਟੈਂਟ ਦੀ ਲੋੜ ਹੈ ਤਾਂ ਉਹਨਾਂ ਨੇ ਅੱਗੋਂ ਬੜਾ ਹੀ ਵਧੀਆ ਜਵਾਬ ਦਿੱਤਾ ਕਿ ਹਾਂ ਬਿਲਕੁਲ ਸਾਨੂੰ ਲੋੜ ਹੈ, ਕਿਉਂਕਿ ਅਸੀਂ ਰਾਤ ਨੂੰ ਵੀ ਇੱਥੇ ਰਹਿੰਦੇ ਆ ਤੇ ਰਾਤ ਨੂੰ ਕਾਫੀ ਮੁਸ਼ਕਲ ਆਉਂਦੀ, ਕਿਉਂਕਿ ਇਹਨਾਂ ਕੋਲ ਸਿੰਪਲ ਇੱਕ ਇੱਥੇ ਤੰਬੂ ਲੱਗਾ ਹੋਇਆ ਜਿਹੜਾ ਵਾਟਰਪ੍ਰੂਫ ਵੀ ਨਹੀਂ ਹੈ ਤੇ ਜਿੰਦੇ 'ਚ ਆਪਾਂ ਦੇਖ ਸਕਦੇ ਹਾਂ ਕਿ ਠੰਡ ਕਾਫੀ ਇਹਨਾਂ ਨੂੰ ਲੱਗਦੀ ਹੋਵੇ, ਕਿਉਂਕਿ ਦੂਸਰੇ ਬੰਨਿਓ ਵੀ ਇਹ ਕਵਰ ਨਹੀਂ ਕਰਦਾ, ਸਿਰਫ ਤਿੰਨਾਂ ਸਾਈਡਾਂ ਤੋਂ ਕਵਰ ਹੈ, ਫਰੰਟ ਸਾਈਡ ਤੋਂ ਜਿਹੜਾ ਇਹ ਕਵਰ ਨਹੀਂਗਾ ਤੇ ਇਹ 'ਚ ਜਿਹੜਾ ਹਵਾ ਤੇ ਜਾਂ ਤਰੇਲ ਹੈ ਤੇ ਤਰੇਲ ਦੇ ਨਾਲ ਬਿਲਕੁਲ ਜਿਹੜਾ ਰਾਤ ਨੂੰ ਠੰਡਾ ਹੋ ਜਾਂਦਾ। ਸੋ ਇਹ ਜਿਹੜਾ ਤੁਸੀਂ ਹੁਣ ਟੈਂਟ ਸੰਗਤ ਏਡ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਸਾਈਜ਼ ਦਾ ਟੈਂਟ ਹੈ, ਜਿਸ 'ਚ ਅਸੀਂ ਸਮਝਦੇ ਹਾਂ ਕਿ ਘੱਟੋ ਘੱਟ 15 ਤੋਂ 20 ਕਿਸਾਨ ਨੇ ਜਿਹੜੇ ਉਹ ਬੜੇ ਆਰਾਮ ਦੇ ਨਾਲ ਵਿੱਚ ਆਪਣਾ ਸੌਂ ਸਕਦੇ ਆ, ਤਰੇਲ ਤੋਂ ਬਚ ਸਕਦੇ ਆ, ਠੰਡੀ ਜਿਹੜੀ ਲਹਿਰ ਚੱਲਦੀ, ਸੀਤ ਲਹਿਰ ਚੱਲਦੀ ਸ਼ਾਮ ਨੂੰ, ਉਸ ਤੋਂ ਆਪਣਾ ਬਚਾਅ ਕਰ ਸਕਦੇ ਆ ਤੇ ਬੜਾ ਵਧੀਆ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। मेरा जिला झज्जर है, यही जिला झज्जर ही है। मैं एक झज्जर में एक ਸੰਗਤ ਜੀ ਜਿਵੇਂ ਤੁਸੀਂ ਉਤਸ਼ਾਹ ਦੇਖਿਆ ਕਿ ਸਾਰੇ ਵੀਰ ਇੱਥੇ ਟੋਲ ਦੇ ਉੱਤੇ ਟੈਂਟ ਲਗਾਉਣ ਦੇ ਵਿੱਚ, ਸੈਟਅਪ ਕਰਨ ਦੇ ਵਿੱਚ ਜੁਟ ਗਏ ਸੀ, ਬੜਾ ਹੀ ਉਤਸ਼ਾਹ ਸੀ। ਹੁਣ ਤੁਸੀਂ ਠੀਕ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਕਿ ਪ੍ਰੋਪਰ ਜਿਹੜਾ ਟੈਂਟ ਜੋ ਕਿ ਸੰਗਤ ਏਡ ਸੰਸਥਾ ਵੱਲੋਂ ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਮੁਹੱਈਆ ਕਰਵਾਇਆ ਗਿਆ ਉਹ ਇੱਥੇ ਬਿਲਕੁਲ ਰੈਡੀ ਹੈ। ਤੇ ਆਪਾਂ ਮੈਂ ਚਾਹਾਂਗਾ ਹੁਣ ਜਿਹੜੇ ਭਾਈ ਸਾਹਿਬ ਨੇ ਇਹ ਵੀ ਜਿਹੜੇ ਆਪਣੇ ਵਿਚਾਰ ਨੇ ਉਹ ਸੰਗਤ ਦੇ ਨਾਲ ਜ਼ਰੂਰ ਸਾਂਝੇ ਕਰਨ। ਜੀ ਪ੍ਰੀਤ ਸਿੰਘ ਜੀ ਇਹਨਾਂ ਦਾ ਨਾਮ ਹੈ ਜੀ, ਸ਼ੁਭ ਨਾਮ ਹੈ, ਤੇ ਮੈਂ ਚਾਹਣਾ कि ये जरूर अपने ਜਿਹੜੇ ਵਿਚਾਰ ਨੇ ਸੰਗਤ ਨਾਲ ਸਾਂਝੇ करें। ये जो संगत ने हमारा टेंट लगाया है, ये जो मदद की है, ये बहुत ही सराहनीय कदम है एक, और हमें तो इसका लगाने का भी पता नहीं था। जो आपने मदद करके सेटिंग करी है, हम बहुत खुश हैं इससे। हमें खुशी, बहुत ज़्यादा खुशी जाहिर हो रही है और हम धन्यवाद करते हैं, ताए दिल से धन्यवाद करते हैं संगत का। हम इसके आभारी भी हैं, क्योंकि पूरी तरह मतलब यहाँ जाडे का प्रबंध पूरी तरह नहीं था, और जो हमारे भैया ने जो ये मदद करी है, मेरे बड़े भाई ने, हम इनके आसान बंद हैं, इनका शुक्रिया अदा करते हैं। और आगे भी हमारा भाईचारा बरकरार रहेगा, ये हम उम्मीद करते हैं कि हमारा जो पंजाब का है, चाहे कोई किते का भी किसान है, आज हमारी एकता बरकरार है और आगे बढ़ाएंगे इस एकता को और आंदोलन को भी जीतेंगे। जो आपकी मदद है, हम इसको पुख्ता जिंदगी, पूरी जिंदगी हम याद रखेंगे। ਸੰਗਤ ਜੀ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਸੰਗਤ ਏਡ ਟਰਸਟ ਦੇ ਜਿਹੜੇ ਟਰਸਟੀ ਨੇ ਭਾਈ ਰਣਧੀਰ ਸਿੰਘ ਜੀ, ਉਹ ਵੀ ਯੂਕੇ ਤੋਂ ਖਾਸ ਤੌਰ ਤੇ ਇੱਥੇ ਪਹੁੰਚੇ ਹੋਏ ਆ ਤੇ ਅਸੀਂ ਬੜੇ ਹੀ ਇਸ ਟੀਮ ਦਾ ਹਿੱਸਾ ਹੋਣ ਤੇ ਬੜੇ ਹੀ ਸੁਭਾਗੇ ਮਹਿਸੂਸ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਜੁਟ ਕੇ ਹਰ ਇੱਕ ਕਾਰਜ ਆਪ ਹੀ ਨਾਲ ਚੱਲ ਕੇ ਤੇ ਨਾਲ ਲੱਗ ਕੇ ਨਾਲ ਜੁਟ ਕੇ ਸੰਗਤ ਦੇ ਨਾਲ ਪ੍ਰੋਪਰ ਕਰਵਾ ਰਹੇ ਨੇ ਤੇ ਸੰਗਤਾਂ ਨੂੰ ਜਿਹੜੀ ਅਗਲਿਆਂ ਮੋਰਚਿਆਂ ਦੀ ਜਿਹੜੀ ਪਲਵਲ ਬਾਰਡਰ ਆ, ਹੋਰ ਸਾਰੇ ਬਾਰਡਰਾਂ ਦੀ ਜਿਹੜੀ ਅਪਡੇਟ ਹੈ ਉਹ ਸਮੇਂ-ਸਮੇਂ ਤੇ ਜਿਹੜੀ ਮੁਹੱਈਆ ਕਰਦੇ ਰਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇਸ ਸਮੇਂ ਅਸੀਂ ਦਾਰੂ ਹੇੜਾ ਖੜੇ ਆ। ਪਿਛਲੇ ਦਿਨੀ ਤੁਹਾਨੂੰ ਵਿਖਾਇਆ ਸੀ ਕਿ ਸ਼ਾਹਜਹਾਂਪੁਰ ਤੋਂ ਜਿਹੜਾ ਅੱਧਾ ਕਾਫਲਾ ਹੈ ਉਹ ਅੱਗੇ ਲੰਘ ਆਇਆ ਸੀ ਤੇ ਹੁਣ ਜਿਹੜਾ ਦਾਰੂ ਹੇੜਾ ਦੇ ਵਿੱਚ ਉਸ ਕਾਫਲੇ ਨੇ ਸਟੇ ਕੀਤਾ ਤੇ ਕਾਫੀ ਲੰਮਾ ਕਾਫਲਾ ਹੈ, ਜਿਹਦੇ ਚੱਲਦਿਆਂ ਰਹਿਣ ਦੇ ਵਿੱਚ, ਸਟੇ ਕਰਨ ਦੇ ਵਿੱਚ ਜਿਹੜੀ ਕਿਸਾਨ ਭਰਾਵਾਂ ਨੂੰ ਪਰੇਸ਼ਾਨੀ ਆ ਰਹੀ ਸੀ। ਸਾਨੂੰ ਪਤਾ ਲੱਗਾ ਕਿ ਇੱਥੇ ਜਿਹੜੀ ਟੈਂਟਾਂ ਦੀ ਉਹ ਜ਼ਰੂਰਤ ਹੈ ਤੇ ਅਸੀਂ ਉਹਨਾਂ ਦੇਸ਼ਾਂ ਦੇ ਅਨੁਸਾਰ ਹੀ ਇੱਥੇ ਪਹੁੰਚੇ ਹਾਂ ਅੱਜ। ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਟੈਂਟ ਨੇ ਉਹ ਇੱਥੇ ਲਗਾ ਦਿੱਤੇ ਗਏ ਆ। ਥੋੜੇ ਸਮਾਂ ਪਹਿਲਾਂ ਹੀ ਜਿਹੜੇ ਇੱਕ ਛੋਟਾ ਟੈਂਟ ਤੇ ਇੱਕ ਜਿਹੜਾ ਵੱਡਾ ਟੈਂਟ ਹੈ, ਜਿਸ 'ਚ ਕਰੀਬ 15 ਤੋਂ 20 ਬੰਦੇ ਬੜੇ ਆਰਾਮ ਨਾਲ ਸੌਂ ਸਕਦੇ ਆ, ਉਹ ਜਿਹੜਾ ਟੈਂਟ ਇੱਥੇ ਪ੍ਰੋਪਰ ਫਿੱਟ ਕਰ ਦਿੱਤੇ ਗਏ ਨੇ। ਨਾਲ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਜਿਹੜੇ ਇੱਥੇ ਲੰਗਰ ਪ੍ਰਸ਼ਾਦਿਆਂ ਦੀਆਂ ਜਿਹੜੀਆਂ ਸੇਵਾਵਾਂ ਨੇ, ਕਾਰ ਸੇਵਾ
ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ, ਉਹਨਾਂ ਵੱਲੋਂ ਜਿਹੜੀਆਂ ਇੱਥੇ ਸੇਵਾਵਾਂ ਨੇ ਉਹ ਸੰਭਾਲ ਰਹੇ ਨੇ। ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਇੱਥੇ ਲੰਗਰ ਪ੍ਰਸ਼ਾਦਾ ਜੋ ਵੀ ਸਾਰਾ ਜਿਹੜਾ ਕਿਸਾਨ ਭਰਾਵਾਂ ਲਈ ਇੱਥੇ ਚੱਲ ਰਿਹਾ ਹੈ। ਤੇ ਚਾਹਾਂਗਾ ਬਾਬਾ ਜੀ ਨਾਲ ਵੀ ਇੱਕ ਵਾਰ ਗੱਲਬਾਤ ਕਰੀਏ ਤੇ ਬਾਬਾ ਜੀ ਤੋਂ ਜਾਣਦੇ ਹਾਂ ਕਿ ਜਿਹੜਾ ਲੰਗਰ ਪ੍ਰਸ਼ਾਦਾ ਉਹ ਕਿਵੇਂ ਚੱਲ ਰਿਹਾ, ਕੋਈ ਮੁਸ਼ਕਲ ਪਰੇਸ਼ਾਨੀ ਤਾਂ ਨਹੀਂ ਆ ਰਹੀ ਜਿਹੜੀ ਸੰਗਤਾਂ ਨਾਲ ਸਾਂਝ ਪਾਉਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਇੰਗਲੈਂਡ ਦੀ ਸੰਗਤ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਹੈ। ਪਹਿਲੋਂ ਆਟੇ ਵਾਲੀ ਮਸ਼ੀਨ ਵੀ ਜਿਹੜੀ ਕਿ ਪ੍ਰਸ਼ਾਦੇ ਪਕਾਉਣ ਵਾਲੀ ਸੀ ਉਹ ਵੀ ਇਹਨਾਂ ਨੇ ਗੁਰੂ ਘਰ ਨੂੰ ਦਾਨ ਕੀਤੀ। ਫਿਰ ਨਾਲ ਜਿੱਥੇ ਜਿੱਥੇ ਵੀ ਲੋੜ ਪਈ ਏ, ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਇਸ ਧਾਰੂਵਾਲ ਬਾਰਡਰ ਤੇ ਵੀ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਕਿ ਜਿਵੇਂ ਜਿਵੇਂ ਸੰਗਤ ਮਗਰੋਂ ਆਉਂਦੀ ਹੈ ਉਹਨਾਂ ਨੂੰ ਪੂਰੇ ਟਨ ਟੁੱਟ ਦੇ ਕੇ ਬਹੁਤ ਵਧੀਆ ਮਜ਼ਾ। ਅਸੀਂ ਇਹਨਾਂ ਦਾ ਸਾਰਿਆਂ ਦਾ, ਭਾਈ ਧੀਰ ਸਿੰਘ ਦਾ ਤੇ ਇਹਨਾਂ ਦੇ ਜਥੇ ਦਾ, ਸੰਗਤ ਟੀਵੀ ਵਾਲਿਆਂ ਨੇ ਸਾਰਿਆਂ ਦੇ ਤਹਿ ਦਿਲੋਂ ਧੰਨਵਾਦ ਦੇ। ਮੇਰੇ ਨਾਲ ਭਾਈ ਬਲਦੇਵ ਸਿੰਘ ਏ, ਇਹਨਾਂ ਤੋਂ ਵੀ ਥੋੜਾ ਵਿਚਾਰ ਲੈ ਲਓ। ਇਹਨਾਂ ਨੂੰ ਵੀ ਬੜੇ ਜ਼ੋਰਾਂ 'ਚ ਲੰਗਰ ਚੱਲ ਰਿਹਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਥੇ ਬਾਬਾ ਜੀ ਹੁਣਾਂ ਦਾ ਲੰਗਰ ਚੱਲ ਰਿਹਾ, ਉਹਦੇ ਨਾਲ ਨਾਲ ਅਸੀਂ ਬਾਬੇ ਲੱਖਾ ਸੋਹਣਾ ਵਾਲਾ ਕੋਟੇ ਵਾਲਿਆਂ ਦਾ ਵੀ ਲੰਗਰ ਇੱਥੇ ਨਾਲ ਹੀ ਚੱਲ ਰਿਹਾ ਵਾ। ਅਸੀਂ ਉੱਥੇ ਜਿੰਨੀ ਵੀ ਤਨ ਮਨ ਦੇ ਨਾਲ ਸੇਵਾ ਕਰ ਰਹੇ ਹਾਂ ਤੇ ਸਹਿਯੋਗ ਬਹੁਤ ਮਿਲ ਰਿਹਾ ਹਰ ਬੰਦੇ ਦਾ। ਸੌਦੇ ਵਾਲੇ ਆ, ਦੁੱਧ ਵਾਲੇ ਆ, ਸਬਜ਼ੀਆਂ ਵਾਲੇ ਆ, ਇਹ ਟੈਂਟਾਂ ਵਾਲੇ ਆ, ਹਰ ਤਰ੍ਹਾਂ ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਵਾ। ਤੇ ਅਸੀਂ ਕਿਸਾਨਾਂ ਜਿੱਥੇ ਜਿੱਥੇ ਕਿਸਾਨ ਜਾ ਕੇ ਖਲੋਂਦੇ ਆ, ਫਿਰ ਚੁੱਕ ਕੇ ਲੰਗਰ ਉੱਥੇ ਲੈ ਜਾਂਦੇ ਆ। ਪਹਿਲਾਂ ਅਸੀਂ ਟਿਕੜੀ ਬਾਰਡਰ ਲਾਇਆ, ਫਿਰ ਅਸੀਂ ਸਾਂਝਾਪੁਰ ਲਾਇਆ, ਸ਼ਾਹਜਹਾਨਪੁਰ, ਉਸ ਤੋਂ ਬਾਅਦ 'ਚ ਫਿਰ ਆ ਇੱਥੇ ਦਾਰੂ ਹੇੜੇ। ਜਦੋਂ ਇੱਥੇ ਆਣ ਕੇ ਇਹਨਾਂ ਨੇ ਪੁਲਿਸ ਨੇ ਰੋਕਤਾ ਵਾ ਇਹਨਾਂ ਨੂੰ ਸਰਕਾਰ ਨੇ, ਤੇ ਉੱਥੇ ਫਿਰ ਅਸੀਂ ਆਣ ਕੇ ਲਾਇਆ ਲੰਗਰ। ਤੇ ਬੜੇ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਲੰਗਰ ਚੱਲ ਰਿਹਾ ਵਾ। ਤੇ ਮਹਾਰਾਜ ਚੜ੍ਹਦੀ ਕਲਾ ਕਰਨ, ਇਹਨਾਂ ਜਿਹੜੇ ਸੇਵਾ ਕਰ ਰਹੇ ਆ ਇਹਨਾਂ ਦੀ ਪਰਮੇਸ਼ਰ ਚੜ੍ਹਦੀ ਕਲਾ ਕਰਨ। ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਦੱਸ ਦਈਏ ਕਿ ਤਿੰਨ ਟੈਂਟ ਜਿਹੜੇ ਇੱਥੇ ਜਥੇ ਮੌਜੂਦ ਨੇ ਇਸ ਸਮੇਂ ਉਹਨਾਂ ਨੂੰ ਦਿੱਤੇ ਗਏ ਆ ਸੰਗਤ ਏਡ ਟਰਸਟ ਵੱਲੋਂ। ਨਾਲ ਹੀ ਜਿਹੜਾ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ, ਉਹਨਾਂ ਦੀਆਂ ਵੀ ਸੇਵਾਵਾਂ ਇੱਥੇ ਕਿਸਾਨ ਵੀਰਾਂ ਲਈ ਚੱਲ ਰਹੀਆਂ ਨੇ। ਤੇ ਆਪਾਂ ਉਹਨਾਂ ਕੋਲ ਵੀ ਜਾਵਾਂਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਉਂਕਿ ਜਿਹੜੀ ਟੈਂਟਾਂ ਦੀ ਵੰਡ ਏ ਉਹ ਹਾਲੇ ਮੁਕੰਮਲ ਨਹੀਂ ਹੋਈ। ਤੇ ਨਾਲ ਤੁਹਾਨੂੰ ਲੈ ਕੇ ਜਾਂਦੇ ਆ ਤੇ ਨਾਲ ਜਿਹੜੀ ਵੰਡ ਏ ਉਹ ਕਰਦੇ ਜਾਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।